ਚੈਪਟਰ ਨੰਬਰ 8 ਏਅਰ ਐਂਡ ਐਟਮੋਸਫੀਅਰ ਸਟਾਰਟ ਕਰਨ ਲੱਗੇ ਹਾਂ। ਠੀਕ ਹੈ, ਏਅਰ ਐਂਡ ਐਟਮੋਸਫੀਅਰ ਦੇ ਵਿੱਚ ਮੇਨਲੀ ਆਪਾਂ ਕੀ ਪੜ੍ਹਨਾ ਹੈ ਕਿ ਕਿਹੜੀ ਗੈਸਿਸ ਹੈ, ਕਿਹੜੀਆਂ ਗੈਸਿਸ ਹੈ ਜੋ ਏਅਰ ਜਾਂ ਐਟਮੋਸਫੀਅਰ ਦੇ ਵਿੱਚ ਪ੍ਰੈਜ਼ੈਂਟ ਹੁੰਦੀਆਂ, ਉਹ ਗੈਸਿਸ ਦੀ ਅਕਰੈਂਸ ਕਿਵੇਂ ਹੁੰਦੀ ਹੈ, ਕਿਹੜੀ ਫਾਰਮ ਦੇ ਵਿੱਚ ਐਗਜ਼ਿਸਟ ਕਰਦੀ ਹੈ। ਠੀਕ ਹੈ, ਤਾਂ ਸਭ ਤੋਂ ਪਹਿਲਾਂ ਆਪਾਂ ਕਰਨ ਲੱਗੇ ਹਾਂ ਬੇਸਿਕ ਇੰਟਰੋਡਕਸ਼ਨ। ਬੇਸਿਕ ਇੰਟਰੋਡਕਸ਼ਨ ਦੇ ਵਿੱਚ ਕੀ ਹੈ, ਜਸਟ ਵੇਟ, ਯੈਸ, ਬੇਸਿਕ ਇੰਟਰੋਡਕਸ਼ਨ ਵਿੱਚ ਕੀ ਹੈ ਕਿ ਆਪਾਂ ਨੂੰ ਪਤਾ ਹੈ ਏਅਰ ਕੀ ਹੁੰਦਾ ਹੈ। ਏਅਰ ਹੁੰਦਾ ਹੈ ਕਿ ਜੋ ਵੀ ਆਪਣੀਆਂ ਸੈਵਰਲ ਗੈਸਿਸ ਆਸੇ-ਪਾਸੇ ਪ੍ਰੈਜ਼ੈਂਟ ਹੈ, ਜਿਵੇਂ ਕਾਰਬਨ ਡਾਈਆਕਸਾਈਡ ਆਪਣੀ ਐਟਮੋਸਫੀਅਰ ਵਿੱਚ ਪ੍ਰੈਜ਼ੈਂਟ, ਆਕਸੀਜਨ ਪ੍ਰੈਜ਼ੈਂਟ ਹੈ, ਠੀਕ ਹੈ, ਡਸਟ ਪਾਰਟੀਕਲਸ ਪ੍ਰੈਜ਼ੈਂਟ ਹੈ, ਜਾਂ ਕੁਛ ਇਨਰਟ ਗੈਸਿਸ, ਨੋਬਲ ਗੈਸਿਸ ਪ੍ਰੈਜ਼ੈਂਟ ਹੈ, ਕੁਛ ਬਹੁਤ ਸਮਾਲ ਅਮਾਊਂਟ ਵਿੱਚ, ਤਾਂ ਸਾਰੇ ਮਿਕਸਚਰ ਨੂੰ ਆਪਾਂ ਏਅਰ ਕਹਿ ਦਿੰਦੇ ਹਾਂ ਕਿ ਆਪਣੇ ਪਾਸੇ ਆਸੇ-ਪਾਸੇ ਕੀ ਹੈ, ਏਅਰ ਹੈ। ਠੀਕ ਹੈ, ਇਟ ਇਜ਼ ਅ ਮਿਕਸਚਰ ਆਫ ਸੈਵਰਲ ਗੈਸਿਸ, ਕਿ ਜਿਹੜੀ ਏਅਰ ਹੈ ਇਹ ਸੈਵਰਲ ਗੈਸਿਸ ਦਾ ਕੀ ਹੈ, ਮਿਕਸਚਰ ਹੈ। ਇਟ ਇਜ਼ ਪ੍ਰੈਜ਼ੈਂਟ ਐਵਰੀਵੇਅਰ ਔਨ ਦਾ ਅਰਥ। ਇਹ ਵੀ ਆਪਾਂ ਨੂੰ ਪਤਾ ਹੈ ਕਿ ਅਰਥ ਦੇ ਕਿਸੇ ਵੀ ਪਾਰਟ ਵਿੱਚ ਚਲੇ ਜਾਈਏ ਉੱਥੇ ਏਅਰ ਜ਼ਰੂਰ ਪ੍ਰੈਜ਼ੈਂਟ ਹੁੰਦੀ ਹੈ। ਠੀਕ ਹੈ, ਜਿਹੜੇ ਵੀ ਲਿਵਿੰਗ ਥਿੰਗਸ ਹੁੰਦੇ ਹੈ ਉਹਨਾਂ ਨੂੰ ਵੀ ਕੀ ਚਾਹੀਦੀ ਹੁੰਦੀ ਹੈ, ਏਅਰ ਦੀ ਲੋੜ ਹੁੰਦੀ ਹੈ। ਠੀਕ ਹੈ, ਆਪਾਂ ਜੇ ਲਿਵਿੰਗ ਥਿੰਗਸ ਜਿਵੇਂ ਆਪਾਂ ਹਿਊਮਨ ਬੀਇੰਗਸ ਹੈ, ਆਪਾਂ ਕੀ ਕਰਦੇ ਹਾਂ, ਬਰੀਥ ਕਰਦੇ ਹਾਂ। ਬਰੀਥ ਕੀ ਕਰਦੇ ਹਾਂ ਆਪਾਂ ਆਕਸੀਜਨ ਅੰਦਰ ਲੈ ਕੇ ਜਾਂਦੇ ਹਾਂ, ਕਾਰਬਨ ਡਾਈਆਕਸਾਈਡ ਬਾਹਰ ਛੱਡਦੇ ਹਾਂ, ਮਤਲਬ ਕਿ ਕਿਸੇ ਨਾ ਕਿਸੇ ਫਾਰਮ ਦੇ ਵਿੱਚ ਆਪਾਂ ਨੂੰ ਵੀ ਏਅਰ ਦੀ ਲੋੜ ਹੁੰਦੀ ਹੈ। ਠੀਕ ਹੈ, ਬਾਈਸਾਈਕਲਸ, ਸਕੂਟਰਸ, ਕਾਰ, ਬੱਸਿਸ, ਟਰੱਕਸ, ਇਹ ਸਾਰੇ ਕੀ ਹੈ, ਵੀਲਸ ਉੱਪਰ ਮੂਵ ਕਰਦੇ ਹੈ। ਅਤੇ ਜਿਹੜੇ ਵੀਲਸ ਟਾਇਰਸ ਦੇ ਵਿੱਚ ਜੋ ਭਰਿਆ ਹੁੰਦਾ ਹੈ, ਟਾਇਰਸ ਵਿੱਚ ਵੀ ਕੀ ਭਰੀ ਹੁੰਦੀ ਹੈ, ਏਅਰ ਭਰੀ ਹੁੰਦੀ ਹੈ। ਠੀਕ ਹੈ, ਤਾਂ ਜੋ ਨੋਨ ਲਿਵਿੰਗ ਥਿੰਗਸ ਹੈ ਉਹ ਵੀ ਕੀ ਮੇਨਲੀ ਡਿਪੈਂਡ ਕਰਦੇ ਹੈ ਏਅਰ ਉੱਪਰ। ਹੁਣ ਜਿਹੜੀ ਏਅਰ ਹੈ ਉਹ ਇਕੁਐਟਿਕ ਲਾਈਫ ਨੂੰ ਵੀ ਸਪੋਰਟ ਕਰਦੀ ਹੈ। ਇਕੁਐਟਿਕ ਲਾਈਫ ਮਤਲਬ ਉਹ ਵਾਲੇ ਐਨੀਮਲਸ ਜਿਹੜੇ ਵਾਟਰ ਦੇ ਵਿੱਚ ਰਹਿੰਦੇ ਹੈ, ਉਹਨਾਂ ਨੂੰ ਆਕਸੀਜਨ ਵਗੈਰਾ ਪ੍ਰੋਵਾਈਡ ਕਰਨੀ, ਉਹ ਵੀ ਸਾਰਾ ਕੁਛ ਕੀ ਹੈ, ਏਅਰ ਦਾ ਕੰਮ ਹੈ। ਤਾਂ ਇਹ ਵਾਟਰ ਵਿੱਚ ਵੀ ਪ੍ਰੈਜ਼ੈਂਟ ਹੈ ਡਿਜ਼ੋਲਵਡ ਫਾਰਮ ਵਿੱਚ। ਡਿਜ਼ੋਲਵਡ ਫਾਰਮ ਕਾਹਦੀ, ਜਿਵੇਂ H2O, ਜਿਵੇਂ ਵਾਟਰ, ਆਕਸੀਜਨ ਵਗੈਰਾ ਦੀ ਫਾਰਮ ਵਿੱਚ। ਠੀਕ ਹੈ, ਤਾਂ ਹੁਣ ਐਕਚੁਅਲੀ ਆਪਾਂ ਪੜ੍ਹਨਾ ਕਿ ਐਕਚੁਅਲੀ ਜਿਹੜੀ ਇਹ ਏਅਰ ਹੈ ਇਹ ਹੁੰਦੀ ਕੀ ਏਅਰ ਹੈ। ਠੀਕ ਹੈ, ਅਤੇ ਏਅਰ ਕਿਵੇਂ, ਮਤਲਬ ਜੇ ਆਪਾਂ ਨੂੰ ਏਅਰ ਨਾ ਮਿਲੇ, ਆਪਾਂ ਨੂੰ ਪਤਾ ਜਦੋਂ ਆਪਾਂ 2-3 ਮਿੰਟ ਆਕਸੀਜਨ ਨਾ ਮਿਲੇ ਤਾਂ ਆਪਾਂ ਨੂੰ ਸਫੋਕੇਟ ਹੋਣਾ ਸ਼ੁਰੂ ਹੋ ਜਾਂਦਾ। ਠੀਕ ਹੈ, ਸਫੋਕੇਸ਼ਨ ਆਉਣੀ ਸ਼ੁਰੂ ਹੋ ਜਾਂਦੀ ਹੈ। ਜਾਂ ਆਪਾਂ ਕੀ ਹੈ, ਕੋਈ ਹਿਲ ਸਟੇਸ਼ਨ 'ਤੇ ਚਲੇ ਜਾਂਦੇ ਹਾਂ ਤਾਂ ਉੱਥੇ ਵਿੱਚ ਕੀ ਹੈ, ਘੱਟ ਏਅਰ ਕਰਕੇ ਆਪਾਂ ਨੂੰ ਕਿਵੇਂ ਆਪਾਂ ਨੂੰ ਏਅਰ ਵਗੈਰਾ ਮਿਲਦੀ ਹੈ, ਜਾਂ ਘੱਟ ਏਅਰ ਕਰਕੇ ਕਿਵੇਂ ਆਪਣਾ ਸਾਹ ਸਫੋਕੇਟ ਵਗੈਰਾ ਹੁੰਦਾ ਹੈ। ਠੀਕ ਹੈ, ਤਾਂ ਉਹ ਸਾਰੀ ਚੀਜ਼ਾਂ ਆਪਾਂ ਕੀ ਇਸ ਚੈਪਟਰ ਦੇ ਵਿੱਚ ਪੜ੍ਹਨੀ ਹੈ। ਫਸਟ ਆ ਗਿਆ ਆਪਣੇ ਕੋਲ ਏਅਰ। ਏਅਰ ਕੀ ਹੈ ਕਿ ਜਿਹੜਾ ਐਟਮੋਸਫੀਅਰ ਆਫ ਅਰਥ ਹੈ, ਜਿਹੜੇ ਆਸੇ-ਪਾਸੇ ਅਰਥ ਦੀਆਂ ਲੇਅਰਸ ਐਂਡ ਆਲ ਹੈ, ਉਹਦੇ ਵਿੱਚ ਮੇਨਲੀ ਕੀ ਪ੍ਰੈਜ਼ੈਂਟ ਹੁੰਦਾ ਹੈ, ਗੈਸਿਸ ਹੁੰਦੀਆਂ। ਠੀਕ ਹੈ, ਆਪਾਂ ਲੇਅਰਸ ਵਿੱਚ ਪੜ੍ਹਾਂਗੇ ਕਿ ਲੇਅਰਸ ਵਿੱਚ ਕੀ ਹੈ, ਗੈਸਿਸ ਪ੍ਰੈਜ਼ੈਂਟ ਹੁੰਦੀਆਂ, ਅਤੇ ਕਾਮਨਲੀ ਆਪਾਂ ਨੂੰ ਬੋਲਦੇ ਹਾਂ ਏਅਰ। ਠੀਕ ਹੈ, ਇਟ ਸਰਾਊਂਡਸ ਦਾ ਪਲੈਨਟ ਅਰਥ ਐਂਡ ਰਿਟੇਨਡ ਬਾਈ ਅਰਥਸ ਗ੍ਰੈਵਿਟੀ। ਹੁਣ ਜਿਹੜਾ ਏਅਰ ਹੈ ਇਹ ਅਰਥ ਪਲੈਨਟ ਨੂੰ ਸਰਾਊਂਡ ਕੀਤਾ ਹੋਇਆ, ਇੱਕ ਬਲੈਂਕਟ ਦੀ ਤਰ੍ਹਾਂ, ਇੱਕ ਕੰਬਲ ਦੀ ਤਰ੍ਹਾਂ ਪੂਰਾ, ਮਤਲਬ ਅਰਥ ਪਲੈਨਟ ਨੂੰ ਸਰਾਊਂਡ ਕੀਤਾ ਹੋਇਆ ਏਅਰ ਨੇ। ਅਤੇ ਜੋ ਵੀ ਅਰਥ ਗ੍ਰੈਵਿਟੀ ਵਗੈਰਾ ਉਹ ਵੀ ਇਸ ਬਲੈਂਕਟ ਦੇ ਅੰਦਰ, ਉਹ ਵੀ ਇਸ ਏਅਰ ਦੇ ਅੰਦਰ ਹੀ ਆਉਂਦੀ ਹੈ। ਠੀਕ ਹੈ, ਦ ਏਅਰ ਦੈਟ ਕਵਰਸ ਦਾ ਹੋਲ ਪਾਰਟ ਆਫ ਦਾ ਅਰਥ ਲਾਈਕ ਅ ਬਲੈਂਕਟ। ਉਹ ਵਾਲੀ ਏਅਰ, ਫਾਰ ਐਗਜ਼ਾਮਪਲ ਇਹ ਵਾਲੀ ਆਪਣੇ ਕੋਲ ਅਰਥ ਹੈ। ਠੀਕ ਹੈ, ਇਹ ਅਰਥ ਹੈ ਆਪਣੇ ਕੋਲ, ਜਿਹੜਾ ਪਾਰਟ ਅਰਥ ਨੇ ਪੂਰਾ ਕਵਰ ਕੀਤਾ ਹੋਇਆ ਐਜ਼ ਅ ਬਲੈਂਕਟ, ਉਹ ਪਾਰਟ ਨੂੰ ਆਪਾਂ ਐਟਮੋਸਫੀਅਰ ਵੀ ਬੋਲ ਦਿੰਦੇ ਹਾਂ, ਕਿ ਆਪਣੇ ਆਸੇ ਪਾਸੇ ਕੀ ਹੈ, ਐਟਮੋਸਫੀਅਰ ਹੈ। ਠੀਕ ਹੈ, ਤਾਂ ਜਿਹੜੀ ਏਅਰ ਹੈ ਉਹ ਕਾਫੀ ਇੰਪੋਰਟੈਂਟ ਰੋਲ ਪਲੇ ਕਰਦੀ ਹੈ ਨੇਚਰ ਦੇ ਵਿੱਚ, ਜਿਵੇਂ ਰਿਸਾਈਕਲਿੰਗ ਆਫ ਵਾਟਰ ਵਗੈਰਾ ਵਿੱਚ ਵੀ ਹੈਲਪਫੁਲ ਹੁੰਦੀ ਹੈ। ਰਿਸਾਈਕਲ ਆਫ ਵਾਟਰ ਮਤਲਬ ਕਿ ਜਿਵੇਂ ਸੀ ਜਾਂ ਓਸ਼ਨਸ ਵਿੱਚੋਂ ਪਾਣੀ ਉੱਪਰ ਜਾਂਦਾ ਹੈ, ਬੱਦਲ ਬਣ ਕੇ ਪਾਣੀ ਨੀਚੇ ਆ ਗਿਆ, ਮਤਲਬ ਪਾਣੀ ਇੱਥੇ ਵੇਸਟ ਨਹੀਂ ਹੋ ਰਿਹਾ, ਜਸਟ ਫਾਰਮ ਚੇਂਜ ਹੋ ਰਹੀ ਹੈ। ਠੀਕ ਹੈ, ਤਾਂ ਏਅਰ ਆਪਣੇ ਲਈ ਕਾਫੀ ਜ਼ਰੂਰੀ ਹੈ। ਹੁਣ ਆ ਗਿਆ ਕੰਪੋਜੀਸ਼ਨ ਆਫ ਏਅਰ ਹੈਜ਼ ਬੀਨ ਸਟੱਡੀ ਫॉर ਲਾਸਟ 200 ਮਿਲੀਅਨ ਈਅਰਸ। ਅਪਰੋਕਸੀਮੇਟਲੀ ਕੀ ਹੈ ਕਿ ਜਿਹੜੀ ਕੰਪੋਜੀਸ਼ਨ ਹੈ, ਕੰਪੋਜੀਸ਼ਨ ਮਤਲਬ ਹੁੰਦਾ ਕਿ ਕੀ ਕੁਛ ਪ੍ਰੈਜ਼ੈਂਟ ਹੈ ਏਅਰ ਦੇ ਵਿੱਚ, ਕਿੰਨਾ ਅਤੇ ਕੀ ਚੀਜ਼ਾਂ ਪ੍ਰੈਜ਼ੈਂਟ ਹੈ ਏਅਰ ਦੇ ਵਿੱਚ, ਉਹ ਲਾਸਟ 2000 ਮਿਲੀਅਨ ਈਅਰਸ ਤੋਂ ਤਾਂ ਅਪਰੋਕਸੀਮੇਟਲੀ ਸੇਮ ਹੀ ਚੱਲਦਾ ਆ ਰਿਹਾ। ਹਾਲਾਂਕਿ ਜਿਹੜੀ ਕੰਪੋਜੀਸ਼ਨ ਹੈ ਏਅਰ ਦੀ ਉਹ ਐਗਜ਼ੈਕਟਲੀ ਨਹੀਂ ਸਾਰੇ ਕਿਤੇ ਸੇਮ ਹੁੰਦੀ। ਜਿਵੇਂ ਇੱਥੇ ਮੰਨ ਲਓ ਆਕਸੀਜਨ ਜ਼ਿਆਦਾ ਹੈ, ਕਾਰਬਨ ਡਾਈਆਕਸਾਈਡ ਘੱਟ ਹੈ, ਨਾਈਟ੍ਰੋਜਨ ਘੱਟ ਹੈ, ਕਈ ਪਲੇਸ 'ਤੇ ਕਾਰਬਨ ਡਾਈਆਕਸਾਈਡ ਜ਼ਿਆਦਾ ਹੁੰਦੀ ਹੈ। ਠੀਕ ਹੈ, ਤਾਂ ਜਿਹੜੀ ਕੰਪੋਜੀਸ਼ਨ ਹੈ ਵੀ ਕਿੰਨੀ ਆਕਸੀਜਨ ਹੈ, ਕਿੰਨੀ ਕਾਰਬਨ ਡਾਈਆਕਸਾਈਡ ਹੈ, ਕਿੰਨੀ ਮਾਤਰਾ ਵਿੱਚ ਪ੍ਰੈਜ਼ੈਂਟ ਹੈ, ਉਹ ਪੜ੍ਹਾਂਗੇ ਆਪਾਂ ਅੱਗੇ ਸਾਰੀ ਕੰਪੋਜੀਸ਼ਨ। ਉਹ ਕੰਪੋਜੀਸ਼ਨ ਪਲੇਸ ਟੂ ਪਲੇਸ ਕਈ ਵਾਰੀ ਚੇਂਜ ਵੀ ਕਰਦੀ ਰਹਿੰਦੀ ਹੈ। ਠੀਕ ਹੈ, ਅਤੇ ਇਹ ਕੀ ਹੈ, ਡੇ ਟੂ ਡੇ ਜਾਂ ਪਲੇਸ ਟੂ ਪਲੇਸ ਚੇਂਜ ਕਰਦੀ ਰਹਿੰਦੀ ਹੈ। ਕਈ ਵਾਰੀ ਕੀ ਹੁੰਦਾ, ਪੋਲਿਊਸ਼ਨ ਕਰਕੇ ਕਾਰਬਨ ਡਾਈਆਕਸਾਈਡ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਕਈ ਵਾਰੀ ਅੱਜ ਪੋਲਿਊਸ਼ਨ ਘੱਟ ਹੈ ਤਾਂ ਘੱਟ, ਮਤਲਬ ਚੇਂਜ ਕਰਦੀ ਰਹਿੰਦੀਆਂ ਵੈਲਿਊਜ਼। ਠੀਕ ਹੈ,
ਕਹਿੰਦੇ ਜਿਵੇਂ ਫੋਰ ਐਗਜ਼ਾਮਪਲ ਕਈ ਵਾਰੀ ਕੀ ਹੈ ਵਾਟਰ ਵੇਪਰ ਏਅਰ ਦੇ ਵਿੱਚ ਕਈ ਵਾਰੀ ਕੀ ਹੁੰਦਾ ਬਹੁਤ ਮਤਲਬ ਵੈਟ ਜਾਂ ਡੇ ਹੁੰਦਾ ਅਤੇ ਵਾਟਰ ਵੇਪਰ ਕੀ ਹੁੰਦਾ ਅਗਰ ਜ਼ਿਆਦਾ ਹੁੰਦੇ ਹੈ ਕੋਈ ਜ਼ਿਆਦਾ ਕਲਾਊਡੀ ਡੇ ਹੋਵੇ ਤਾਂ ਵਾਟਰ ਵੇਪਰ ਜ਼ਿਆਦਾ ਹੁੰਦੇ ਹੈ ਬਟ ਜਦੋਂ ਕੋਈ ਜ਼ਿਆਦਾ ਬਿਜ਼ੀ ਡੇ ਹੋਵੇ ਜਿਹੜੀ ਇੰਡਸਟਰੀਜ਼ ਵਗੈਰਾ ਹੈ ਉਹ ਬਹੁਤ ਸਾਰਾ ਮਤਲਬ ਧੂੰਆਂ ਛੱਡ ਰਹੀ ਹੈ ਕਾਰਬਨ ਡਾਈਆਕਸਾਈਡ ਗੈਸ ਪ੍ਰੋਡਿਊਸ ਕਰ ਰਹੀ ਹੈ ਪੋਇਜ਼ਨਸ ਗੈਸਿਸ ਪ੍ਰੋਡਿਊਸ ਕਰਦੀ ਜਿਵੇਂ ਕਾਰਬਨ ਮੋਨੋਆਕਸਾਈਡ ਤਾਂ ਉੱਦਾਂ ਕੀ ਹੈ ਏਅਰ ਦਾ ਕੰਟੈਂਟ ਥੋੜ੍ਹਾ ਡਿਫਰੈਂਟ ਹੁੰਦਾ ਠੀਕ ਹੈ ਬਟ ਜੇ ਆਪਾਂ ਅਪਰੋਕਸੀਮੇਟ ਲੈ ਕੇ ਚੱਲੀਏ ਕਿ ਕਿੰਨਾ ਕਿੰਨਾ ਅਪਰੋਕਸੀਮੇਟਲੀ ਪ੍ਰੈਜ਼ੈਂਟ ਹੁੰਦਾ ਤਾਂ ਉਹ ਮੈਂ ਅੱਗੇ ਪੜ੍ਹਾ ਰਹੀ ਹਾਂ ਕਿੰਨੇ ਕਿੰਨੇ ਪਰਸੈਂਟੇਜ ਪ੍ਰੈਜ਼ੈਂਟ ਹੁੰਦੀ ਹੈ ਨੈਕਸਟ ਆ ਗਿਆ ਆਪਣੇ ਕੋਲ ਕੰਪੋਜੀਸ਼ਨ ਆਫ ਏਅਰ ਕਿ ਏਅਰ ਦੇ ਵਿੱਚ ਜਿਹੜੀਆਂ ਵੀ ਗੈਸਿਸ ਦਾ ਮਿਕਸਚਰ ਹੈ ਉਹ ਗੈਸਿਸ ਦਾ ਮਿਕਸਚਰ ਕਿੰਨਾ ਅਤੇ ਕਿੰਨਾ ਪਰਸੈਂਟ ਪ੍ਰੈਜ਼ੈਂਟ ਹੈ ਆਪਾਂ ਪੜ੍ਹਨ ਲੱਗੇ ਹਾਂ ਜਿਹੜੇ ਮੇਨ ਕੌਨਸਟੀਟੂਐਂਟ ਹੁੰਦੇ ਆ ਪ੍ਰੈਜ਼ੈਂਟ ਏਅਰ ਦੇ ਵਿੱਚ ਉਹ ਹੁੰਦੇ ਆ ਨਾਈਟ੍ਰੋਜਨ ਅਤੇ ਆਕਸੀਜਨ ਮੇਨਲੀ ਆਪਣੇ ਏਅਰ ਦੇ ਵਿੱਚ ਮੇਨ ਗੈਸਿਸ ਹੈਗੀਆਂ ਨਾਈਟ੍ਰੋਜਨ ਅਤੇ ਆਕਸੀਜਨ ਨਾਈਟ੍ਰੋਜਨ ਵਗੈਰਾ ਜਿਵੇਂ ਪਲਾਂਟਸ ਵਗੈਰਾ ਦੀ ਗਰੋਥ ਲਈ ਕਾਫੀ ਹੈਲਪਫੁਲ ਹੁੰਦਾ ਹੈ ਆਕਸੀਜਨ ਜਿਵੇਂ ਆਪਾਂ ਨੂੰ ਕਾਫੀ ਲੋੜ ਹੁੰਦੀ ਹੈ ਠੀਕ ਹੈ ਮੇਨ ਨਾਈਟ੍ਰੋਜਨ ਅਤੇ ਆਕਸੀਜਨ ਹੈ ਦੇਖੋ 78.0% 78% ਅਪਰੋਕਸੀਮੇਟਲੀ ਕੀ ਪ੍ਰੈਜ਼ੈਂਟ ਹੈ ਨਾਈਟ੍ਰੋਜਨ ਆਪਣੇ ਏਅਰ ਦੇ ਵਿੱਚ ਐਟਮੋਸਫੀਅਰ ਦੇ ਵਿੱਚ ਅਤੇ 20.95% ਅਪਰੋਕਸੀਮੇਟਲੀ ਕੀ ਪ੍ਰੈਜ਼ੈਂਟ ਆਪਣੇ ਆਕਸੀਜਨ ਬਾਕੀ ਜਿਵੇਂ ਆਪਣੀ ਹੈਗੀ ਹੈ ਨਿਓਨ ਗੈਸਿਸ ਵਗੈਰਾ ਜੋ ਵੀ ਆਪਣੇ ਇਨਰਟ ਗੈਸਿਸ ਵਗੈਰਾ ਜਿਵੇਂ ਆਰਗਨ ਹੈ ਜ਼ੀਨੋਨ ਹੈ ਇਹ ਬਹੁਤ ਘੱਟ ਪਰਸੈਂਟੇਜ ਵਿੱਚ ਪ੍ਰੈਜ਼ੈਂਟ ਹੈ 0.93 0.0009 ਠੀਕ ਹੈ ਬਹੁਤ ਸਾਰੀਆਂ ਘੱਟ ਪ੍ਰੈਜ਼ੈਂਟ ਵਿੱਚ ਹੈ ਨਾਈਟ੍ਰੋਜਨ ਅਤੇ ਆਕਸੀਜਨ ਕੀ ਹੈ ਮੇਨ ਦੋ ਗੈਸਿਸ ਹੈ ਜੋ ਐਟਮੋਸਫੀਅਰ ਦੇ ਵਿੱਚ ਫਾਈਂਡ ਹੁੰਦੀਆਂ ਠੀਕ ਹੈ ਬਾਕੀ ਗੈਸਿਸ ਵੀ ਇਹਨਾਂ ਨੂੰ ਛੱਡ ਕੇ ਨਾਈਟ੍ਰੋਜਨ ਅਤੇ ਆਕਸੀਜਨ ਛੱਡ ਕੇ ਬਾਕੀ ਹੋਰ ਗੈਸਿਸ ਵੀ ਸਮੋਲ ਕੁਆਂਟੀਟੀਜ਼ ਵਿੱਚ ਪ੍ਰੈਜ਼ੈਂਟ ਹੁੰਦੀਆਂ ਜਿਵੇਂ ਕਾਰਬਨ ਡਾਈਆਕਸਾਈਡ ਦੇਖੋ 0.038% ਹੈ ਪ੍ਰੈਜ਼ੈਂਟ ਹੁੰਦੀ ਹੈ ਵਾਟਰ ਵੇਪਰ ਪ੍ਰੈਜ਼ੈਂਟ ਹੁੰਦੇ ਆ ਇਨਰਟ ਗੈਸਿਸ ਹੁੰਦੀਆਂ ਇਨਰਟ ਗੈਸਿਸ ਕਿਹੜੀਆਂ ਹੁੰਦੀਆਂ ਜਿਵੇਂ ਹੀਲੀਅਮ ਨਿਓਨ ਆਰਗਨ ਕ੍ਰਿਪਟਨ ਇਹ ਹੁੰਦੀਆਂ ਇਨਰਟ ਗੈਸਿਸ ਉਹ ਵਾਲੀਆਂ ਗੈਸਿਸ ਹੁੰਦੀਆਂ ਜਿਨ੍ਹਾਂ ਦੇ ਲਾਸਟ ਸ਼ੈੱਲ ਫੁੱਲੀ ਫਿਲਡ ਹੁੰਦੇ ਆ ਜਿਵੇਂ 288 ਲਾਸਟ ਸ਼ੈੱਲ ਫੁੱਲੀ ਫਿਲਡ ਹੈ ਨਾ ਤਾਂ ਜਿਨ੍ਹਾਂ ਦੇ ਲਾਸਟ ਸ਼ੈੱਲ ਫੁੱਲੀ ਫਿਲਡ ਹੁੰਦੇ ਆ ਉਹ ਇਨਰਟ ਗੈਸਿਸ ਹੁੰਦੀਆਂ ਜਿਵੇਂ ਜ਼ੀਨੋਨ ਨਿਓਨ ਹੀਲੀਅਮ ਕ੍ਰਿਪਟਨ ਇਹ ਸਾਰੇ ਵੀ ਕੀ ਹੈ ਬਹੁਤ ਸਮੋਲ ਕੁਆਂਟਿਟੀ ਦੇ ਵਿੱਚ ਪ੍ਰੈਜ਼ੈਂਟ ਹੁੰਦੇ ਆ ਏਅਰ ਦੇ ਵਿੱਚ ਡਸਟ ਪਾਰਟੀਕਲਸ ਵੀ ਏਅਰ 'ਚ ਹੁੰਦੇ ਆ ਇੰਪਿਓਰਿਟੀਜ਼ ਵੀ ਏਅਰ 'ਚ ਹੁੰਦੀਆਂ ਬਟ ਅਪਰੋਕਸੀਮੇਟਲੀ 78% ਕੀ ਪ੍ਰੈਜ਼ੈਂਟ ਹੁੰਦਾ ਹੈ ਨਾਈਟ੍ਰੋਜਨ 21% ਕੀ ਪ੍ਰੈਜ਼ੈਂਟ ਹੁੰਦੀ ਹੈ ਆਕਸੀਜਨ 0.93% ਆਰਗਨ ਅਤੇ 0.03% ਹੋਰ ਕੰਬੀਨੇਸ਼ਨ ਆਫ ਗੈਸਿਸ ਵਗੈਰਾ ਪ੍ਰੈਜ਼ੈਂਟ ਹੁੰਦੀ ਹੈ ਸਮਝ ਲੱਗੀ ਨਾ ਇੱਥੋਂ ਤਾਂ ਕੰਪੋਜੀਸ਼ਨ ਜੇ ਕੰਪੋਜੀਸ਼ਨ ਦਾ ਕੁਐਸਚਨ ਆ ਜੇ ਤੁਸੀਂ ਲਿਖਣਾ ਵੀ ਆਕਸੀਜਨ ਇੰਨੇ ਪਰਸੈਂਟ ਹੈ ਨਾਈਟ੍ਰੋਜਨ ਇੰਨੇ ਪਰਸੈਂਟ ਹੈ ਇਹ ਆਨਸਰ ਲਿਖਣਾ ਹੁੰਦਾ ਕੰਪੋਜੀਸ਼ਨ 'ਚ ਠੀਕ ਹੈ ਨੈਕਸਟ ਆ ਗਿਆ ਆਪਣੇ ਕੋਲ ਏਅਰ ਇਜ਼ ਅ ਮਿਕਸਚਰ ਆਫ ਗੈਸਿਸ ਇਹ ਤਾਂ ਆਪਾਂ ਨੂੰ ਪਤਾ ਹੀ ਹੈ ਕਿ ਜਿਹੜੀ ਏਅਰ ਹੈ ਉਹ ਗੈਸਿਸ ਕਾਫੀ ਸਾਰੀ ਗੈਸਿਸ ਦਾ ਮਿਕਸਚਰ ਹੁੰਦਾ ਹੈ ਠੀਕ ਹੈ ਤਾਂ ਜਿਹੜੀ ਏਅਰ ਹੈ ਜਿਹੜਾ ਮਿਕਸਚਰ ਹੈ ਏਅਰ ਦਾ ਉਹ ਹਮੇਸ਼ਾ ਪਲੇਸ ਟੂ ਪਲੇਸ ਜਾਂ ਟਾਈਮ ਟੂ ਟਾਈਮ ਕੀ ਹੈ ਚੇਂਜ ਕਰਦਾ ਰਹਿੰਦਾ ਹੈ ਬਟ ਜਿਹੜੀ ਪਰਸੈਂਟੇਜ ਹੈ ਆਕਸੀਜਨ ਦੀ ਉਹ ਕੀ ਹੈ ਅੱਜ ਕੱਲ੍ਹ ਘਟਦੀ ਜਾ ਰਹੀ ਹੈ ਠੀਕ ਹੈ ਜਿਵੇਂ ਜਿਵੇਂ ਆਪਾਂ ਹਾਇਰ ਜਾਵਾਂਗੇ ਜਿਵੇਂ ਜਿਵੇਂ ਆਪਾਂ ਹਾਈ ਐਲਟੀਟਿਊਡਸ 'ਤੇ ਜਾਵਾਂਗੇ ਹਿਲਸ ਵੱਲ ਜਾਵਾਂਗੇ ਹਿਲਸ ਵੱਲ ਕੀ ਹੈ ਆਪਾਂ ਨੂੰ ਜਿਹੜੀ ਆਕਸੀਜਨ ਦੀ ਮਾਤਰਾ ਹੈ ਉਹ ਘਟਦੀ ਰਹਿੰਦੀ ਹੈ ਤਾਂ ਇਸੇ ਕਰਕੇ ਜਿਹੜੇ ਮਾਊਂਟੇਨੀਅਰਸ ਹੁੰਦੇ ਆ ਜਿਨ੍ਹਾਂ ਨੇ ਮਾਊਂਟੇਨ 'ਤੇ ਮਤਲਬ ਕਲਾਈਂਬ ਕਰਨਾ ਹੁੰਦਾ ਉੱਪਰ ਪਹਾੜੀਆਂ 'ਤੇ ਚੜ੍ਹਨਾ ਹੁੰਦਾ ਉਹਨਾਂ ਨੂੰ ਆਪਦੇ ਨਾਲ ਆਕਸੀਜਨ ਸਿਲੰਡਰ ਲੈ ਕੇ ਜਾਣਾ ਪੈਂਦਾ ਕਿਉਂਕਿ ਜਿਵੇਂ ਜਿਵੇਂ ਆਪਾਂ ਉੱਪਰ ਜਾਂਦੇ ਹਾਂ ਹਾਈ ਹਾਈਟ 'ਤੇ ਜਾਂ ਐਲਟੀਟਿਊਡ 'ਤੇ ਜਾਂਦੇ ਹਾਂ ਉੱਥੇ ਜਾ ਕੇ ਆਕਸੀਜਨ ਦੀ ਮਾਤਰਾ ਘਟ ਜਾਂਦੀ ਹੈ ਅਤੇ ਸਾਹ ਨਹੀਂ ਫਿਰ ਆਉਂਦਾ ਉਸ ਪਰਸਨ ਨੂੰ ਠੀਕ ਹੈ ਤਾਂ ਇਸੇ ਕਰਕੇ ਉਸ ਪਰਸਨ ਨੂੰ ਆਕਸੀਜਨ ਸਿਲੰਡਰ ਨਾਲ ਲੈ ਕੇ ਜਾਣਾ ਪੈਂਦਾ ਤਾਂ ਜੋ ਕਿ ਉੱਥੇ ਆਕਸੀਜਨ ਉਹਨੂੰ ਪ੍ਰੋਪਰਲੀ ਮਿਲਦੀ ਰਹੇ ਠੀਕ ਹੈ ਇਹ ਕਿਉਂ ਹੁੰਦਾ ਕਿਉਂਕਿ ਜਿਹੜੀ ਆਕਸੀਜਨ ਹੁੰਦੀ ਹੈ ਨਾ ਉਹ ਸਲਾਈਟਲੀ ਹੈਵੀਅਰ ਹੁੰਦੀ ਹੈ ਥੋੜ੍ਹੀ ਭਾਰੀ ਹੁੰਦੀ ਹੈ ਆਕਸੀਜਨ ਗੈਸ ਥੋੜ੍ਹੀ ਭਾਰੀ ਹੁੰਦੀ ਹੈ ਭਾਰੀ ਹੋਣ ਕਰਕੇ ਉਹ ਨੀਚੇ ਨੀਚੇ ਰਹਿੰਦੀ ਹੈ ਕੋਈ ਵੀ ਚੀਜ਼ ਅਗਰ ਹਲਕੀ ਹੋਊਗੀ ਹਲਕੀ ਹੋਣ ਕਰਕੇ ਉੱਪਰ ਉੱਡਦੀ ਹੈ ਬਟ ਆਕਸੀਜਨ ਤਾਂ ਥੋੜ੍ਹੀ ਹੈਵੀਅਰ ਕਰਕੇ ਉਹ ਬਹੁਤ ਘੱਟ ਉੱਪਰ ਉੱਡਦੀ ਹੈ ਅਤੇ ਨੀਚੇ ਪਲੇਨਸ 'ਚ ਹੀ ਰਹਿ ਜਾਂਦੀ ਹੈ ਆਪਾਂ ਪਲੇਨ ਏਰੀਆ 'ਚ ਰਹਿੰਦੇ ਹਾਂ ਨਾ ਜਿਓਗ੍ਰਾਫੀ ਤੁਸੀਂ ਪੜ੍ਹਿਆ ਕਿ ਆਪਾਂ ਪਲੇਨਸ 'ਚ ਰਹਿੰਦੇ ਹਾਂ ਤਾਂ ਪਲੇਨਸ ਵਿੱਚ ਤਾਂ ਚਲੋ ਠੀਕ ਹੈ ਆਕਸੀਜਨ ਦੀ ਮਾਤਰਾ ਭਾਰੀ ਹੋਣ ਕਰਕੇ ਨੀਚੇ ਹੈਗੀ ਆਪਣੇ ਕੋਲ ਬਟ ਜਿਵੇਂ ਹਾਇਰ ਐਲਟੀਟਿਊਡ ਵਿੱਚ ਜਾਂਦੇ ਹਾਂ ਉੱਥੇ ਕੀ ਹੈ ਉਹ ਨਹੀਂ ਇੰਨਾ ਉੱਪਰ ਜਾ ਸਕਦੀ ਤਾਂ ਆਕਸੀਜਨ ਦੀ ਮਾਤਰਾ ਉੱਥੇ ਜਾ ਕੇ ਕੀ ਹੈ ਘਟ ਜਾਂਦੀ ਹੈ ਠੀਕ ਹੈ ਹੁਣ ਆਪਾਂ ਕੁਛ ਕੁ ਫੈਕਟ ਪੜ੍ਹਨੇ ਆ ਕਿਹੜੇ ਫੈਕਟ ਹੈ ਜਿਹੜੇ ਪ੍ਰੂਵ ਕਰਦੇ ਆ ਕਿ ਸੱਚੀ ਏਅਰ 'ਚ ਮਿਕਸਚਰ ਹੀ ਹੈ ਗੈਸਿਸ ਦਾ ਠੀਕ ਹੈ ਕਹਿੰਦੇ ਜਿਹੜੀ ਕੰਪੋਜੀਸ਼ਨ ਹੈ ਏਅਰ ਦੀ ਉਹ ਕਦੇ ਵੀ ਕਾਨਸਟੈਂਟ ਨਹੀਂ ਰਹਿੰਦੀ ਇਹ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕੀ ਹਾਂ ਕਿ ਜਿਹੜੀ ਏਅਰ ਦੀ ਕੰਪੋਜੀਸ਼ਨ ਹੈ ਜਿਹੜੀ ਮਾਤਰਾ ਹੈ ਜਿਹੜੀ ਵੀ ਗੈਸਿਸ ਪ੍ਰੈਜ਼ੈਂਟ ਹੈ ਉਹ ਚੇਂਜ ਕਰਦੀਆਂ ਰਹਿੰਦੀਆਂ ਵੇਰੀ ਮਤਲਬ ਚੇਂਜ ਕਰਨਾ ਠੀਕ ਹੈ ਚੇਂਜ ਕਰਦੀਆਂ ਰਹਿੰਦੀਆਂ ਪਲੇਸ ਟੂ ਪਲੇਸ ਜਾਂ ਟਾਈਮ ਟੂ ਟਾਈਮ
ਕਲੀਅਰ। ਕਹਿੰਦੇ ਇਫ ਮਤਲਬ ਅਗਰ ਇਹ ਇੱਕ ਕੰਪਾਊਂਡ ਹੈ, ਅਗਰ ਇਹ ਕੰਪਾਊਂਡ ਹੁੰਦੀ ਇੱਕ, ਫਿਰ ਤਾਂ ਇਹਦਾ ਹਮੇਸ਼ਾ ਡੈਫੀਨੇਟ ਇੱਕ ਸੇਮ ਕੰਪੋਜੀਸ਼ਨ ਰਹਿਣਾ ਸੀ ਵੇਟ ਦਾ, ਫਿਰ ਤਾਂ ਹਮੇਸ਼ਾ ਏਅਰ ਵਿੱਚ ਸੇਮ ਕੰਪੋਜੀਸ਼ਨ ਰਹਿਣਾ ਚਾਹੀਦਾ ਸੀ। ਬਟ ਐਕਚੁਅਲੀ ਇਹ ਕੰਪਾਊਂਡ ਨਹੀਂ ਗੀ, ਏਅਰ ਕੀ ਇੱਕ ਮਿਕਸਚਰ ਹੈ। ਆਪਾਂ ਉਹੀ ਪੜ੍ਹ ਰਹੇ ਹਾਂ ਕਿ ਏਅਰ ਇੱਕ ਮਿਕਸਚਰ ਕਾਹਤੋਂ ਹੈ, ਏਅਰ ਇੱਕ ਕੰਪਾਊਂਡ ਕਾਹਤੋਂ ਨਹੀਂ ਗੀ। ਕਿਉਂ? ਜੇ ਕੰਪਾਊਂਡ ਹੁੰਦੀ ਏਅਰ, ਜੇ ਏਅਰ ਐਜ਼ ਅ ਕੰਪਾਊਂਡ ਕੰਮ ਕਰਦੀ ਤਾਂ ਕੰਪਾਊਂਡ ਦਾ ਕੰਮ ਕੀ ਹੁੰਦਾ ਕਿ ਉਹਦਾ ਵੇਟ ਜਿਹੜਾ ਹੁੰਦਾ ਉਹ ਹਮੇਸ਼ਾ ਸੇਮ ਰਹਿੰਦਾ। ਬਟ ਕਿਉਂਕਿ ਏਅਰ ਕੰਪਾਊਂਡ ਨਹੀਂ, ਉਹਦਾ ਵੇਟ ਹਮੇਸ਼ਾ ਸੇਮ ਨਹੀਂ ਰਹਿੰਦਾ, ਤਾਂ ਕਰਕੇ ਕੀ ਹੈ ਇੱਕ ਮਿਕਸਚਰ ਹੈ ਜਿਹਦਾ ਚੇਂਜ ਕਰਦਾ ਰਹਿੰਦਾ ਵੇਟ। ਠੀਕ ਹੈ। ਅਤੇ ਜਿਹੜੇ ਏਅਰ ਦੇ ਡਿਫਰੈਂਟ ਕੰਪੋਨੈਂਟਸ ਹੈ, ਡਿਫਰੈਂਟ ਕੰਪੋਨੈਂਟਸ ਕਿਹੜੇ ਕਿਹੜੇ ਆ? ਹੁਣ ਆਕਸੀਜਨ ਹੈ, ਕਾਰਬਨ ਡਾਈਆਕਸਾਈਡ ਹੈ, ਜਾਂ ਇਨਰਟ ਗੈਸਿਸ ਹੈ, ਠੀਕ ਹੈ, ਜਾਂ ਡਸਟ ਪਾਰਟੀਕਲਸ ਹੈ। ਜਿਹੜੇ ਡਿਫਰੈਂਟ ਕੰਪੋਨੈਂਟਸ ਹੈ ਏਅਰ ਦੇ, ਉਹ ਆਪਦੀਆਂ ਪ੍ਰੋਪਰਟੀ ਰਿਟੇਨ ਕਰਕੇ ਰੱਖਦੇ ਆ। ਆਪਦੀਆਂ ਪ੍ਰੋਪਰਟੀ ਰਿਟੇਨ ਕਰਨ ਦਾ ਮਤਲਬ ਕੀ ਹੈ ਕਿ ਆਕਸੀਜਨ ਆਪਦਾ ਅਲੱਗ ਕੰਮ ਕਰਦੀ ਹੈ, ਕਾਰਬਨ ਡਾਈਆਕਸਾਈਡ ਅਲੱਗ ਕੰਮ ਕਰਦੀ ਹੈ, ਡਸਟ ਪਾਰਟੀਕਲ ਇਨਰਟ ਗੈਸਿਸ ਆਪਦਾ ਅਲੱਗ ਕੰਮ ਕਰਦੇ ਆ। ਤਾਂ ਇਹ ਵੀ ਪ੍ਰੂਵ ਕਰਦਾ ਕਿ ਜਿਹੜਾ ਇਹ ਮਿਕਸਚਰ ਦੀ ਫਾਰਮ ਹੈ। ਠੀਕ ਹੈ। ਜਿਹੜੀਆਂ ਪ੍ਰੋਪਰਟੀਜ਼ ਹੈ ਏਅਰ ਦੀਆਂ, ਹੁਣ ਜੋ ਵੀ ਏਅਰ ਦੀਆਂ ਪ੍ਰੋਪਰਟੀਜ਼ ਹੈ ਉਹ ਆਪਾਂ ਨੂੰ ਸ਼ੋ ਕਰਦੀਆਂ ਕਿ ਜੋ ਵੀ ਮੰਨ ਲਓ ਏਅਰ 'ਚ ਗੈਸਿਸ ਪ੍ਰੈਜੈਂਟ ਹੈ, ਮੰਨ ਲਓ ਏਅਰ 'ਚ ਆਕਸੀਜਨ ਹੈ, ਨਾਈਟ੍ਰੋਜਨ ਹੈ, ਜਾਂ ਡਸਟ ਪਾਰਟੀਕਲਸ ਹੈ, ਟੋਟਲ ਬਣਾ ਕੇ ਉਹਨੇ ਏਅਰ ਬਣਾ ਲਿਆ। ਠੀਕ ਹੈ। ਤਾਂ ਜਿਹੜੀਆਂ ਏਅਰ ਦੀਆਂ ਪ੍ਰੋਪਰਟੀਜ਼ ਹੈ ਉਹ ਪ੍ਰੋਪਰਟੀਜ਼ ਸੇਮ ਹੈ ਜਿਹੜੀਆਂ ਆਉਂਦੀਆਂ ਅੰਦਰ ਗੈਸਿਸ ਦੀਆਂ ਪ੍ਰੋਪਰਟੀਜ਼ ਹੈ। ਐਵਰੇਜ ਪ੍ਰੋਪਰਟੀਜ਼, ਓਵਰਆਲ ਪ੍ਰੋਪਰਟੀਜ਼ ਕੀ ਸਾਰੀ ਏਅਰ ਦੀਆਂ ਸੇਮ ਹੁੰਦੀਆਂ ਗੈਸਿਸ ਨਾਲ ਦੀਆਂ। ਠੀਕ ਹੈ। ਕੰਪੋਨੈਂਟਸ ਆਫ ਦਾ ਏਅਰ ਕੈਨ ਬੀ ਰੈਡਲੀ ਸੈਪਰੇਟਡ ਬਾਈ ਸਿੰਪਲ ਫਿਜ਼ੀਕਲ ਮੈਥਡ। ਹੁਣ ਜਿਹੜੇ ਏਅਰ ਦੇ ਕੰਪੋਨੈਂਟਸ ਹੈ, ਜੇ ਆਪਾਂ ਏਅਰ 'ਚ ਆਕਸੀਜਨ ਅਲੱਗ ਕਰਨੀ ਹੋਵੇ, ਨਾਈਟ੍ਰੋਜਨ ਜਿਵੇਂ ਪਲਾਂਟਸ ਅਲੱਗ ਲੈ ਲੈਂਦੇ ਆ, ਆਕਸੀਜਨ ਆਪਾਂ ਅਲੱਗ ਲੈ ਲੈਂਦੇ ਹਾਂ, ਤਾਂ ਆਪਾਂ ਏਅਰ ਵਿੱਚ ਕੀ ਹੈ ਫਿਜ਼ੀਕਲ ਮੈਥਡ ਨਾਲ ਉਹਨੂੰ ਕੀ ਹੈ ਡਿਫਰੈਂਸ਼ੀਏਟ ਕਰ ਸਕਦੇ ਹਾਂ, ਜਿਵੇਂ ਆਪਾਂ ਮਿਕਸਚਰ ਨੂੰ ਕਰਦੇ ਹਾਂ। ਤਾਂ ਇਹ 3-4 ਪੁਆਇੰਟ ਤੁਸੀਂ ਲਰਨ ਕਰਨੇ ਆ ਜੇ ਕੁਐਸਚਨ ਆ ਜੇ ਕਿ ਵਾਈ ਏਅਰ ਇਜ਼ ਅ ਮਿਕਸਚਰ ਓਨਲੀ ਨਾਟ ਅ ਕੰਪਾਊਂਡ, ਫਿਰ ਤੁਸੀਂ ਇਹ 4 ਪੁਆਇੰਟ ਆਨਸਰ 'ਚ ਲਿਖਣੇ ਆ। ਠੀਕ ਹੈ। ਨੈਕਸਟ ਆ ਗਿਆ ਆਪਣੇ ਕੋਲ ਏਅਰ ਪੋਲਿਊਸ਼ਨ। ਇਹ ਤਾਂ ਆਪਾਂ ਪੜ੍ਹ ਲਿਆ ਕਿ ਏਅਰ ਵਿੱਚ ਕੀ ਕੁਛ ਹੁੰਦਾ। ਏਅਰ ਵਿੱਚ ਨਾਈਟ੍ਰੋਜਨ ਹੁੰਦਾ 78%, ਏਅਰ 'ਚ ਆਕਸੀਜਨ ਹੁੰਦੀ ਹੈ, ਏਅਰ ਵਿੱਚ ਇਨਰਟ ਗੈਸਿਸ ਪ੍ਰੈਜੈਂਟ ਹੁੰਦੀਆਂ, ਕਾਰਬਨ ਡਾਈਆਕਸਾਈਡ ਗੈਸ ਪ੍ਰੈਜੈਂਟ ਹੁੰਦੀ ਹੈ ਥੋੜ੍ਹੀ ਬਹੁਤ। ਠੀਕ ਹੈ। ਇਹ ਕਾਰਬਨ ਡਾਈਆਕਸਾਈਡ ਗੈਸ ਥੋੜ੍ਹੀ ਬਹੁਤ ਪ੍ਰੈਜੈਂਟ ਸੀਗੀ 0.38% ਅਪਰੋਕਸੀਮੇਟਲੀ। ਬਟ ਅੱਜ ਕੱਲ੍ਹ ਕੀ ਹੈ, ਆਪਾਂ ਤਾਂ ਇੰਨੀਆਂ ਮਤਲਬ ਕਿ ਫੈਕਟਰੀਜ਼ ਵਿੱਚੋਂ ਇੰਨਾ ਧੂੰਆਂ ਬਾਹਰ ਨਿਕਲਦਾ ਹੈ। ਠੀਕ ਹੈ। ਇੰਨਾ ਕੁਛ ਆਪਾਂ ਜਲਾ ਰਹੇ ਹਾਂ, ਇੰਨਾ ਮਤਲਬ ਪੋਲਿਊਟ ਕਰ ਰਹੇ ਹਾਂ ਏਅਰ ਨੂੰ। ਤਾਂ ਜਿਹੜੀਆਂ ਇਹ ਹਾਰਮਫੁਲ ਅਤੇ ਅਨਡਿਜ਼ਾਇਰੇਬਲ ਕੌਂਸਟੀਟੂਐਂਟਸ ਮਤਲਬ ਪਾਰਟੀਕਲਸ, ਜਿਹੜੇ ਹਾਰਮਫੁਲ ਅਤੇ ਅਨਡਿਜ਼ਾਇਰੇਬਲ ਪਾਰਟੀਕਲਸ ਜੋ ਹਿਊਮਨ ਐਕਟੀਵਿਟੀਜ਼ ਕਰਕੇ ਏਅਰ 'ਚ ਜਾ ਰਹੀਆਂ, ਤਾਂ ਉਹ ਏਅਰ ਨੂੰ ਕੀ ਹੈ ਖਰਾਬ ਕਰ ਰਹੀਆਂ, ਦੂਸ਼ਿਤ ਕਰ ਰਹੀਆਂ, ਉਹਨੂੰ ਆਪਾਂ ਬੋਲਦੇ ਹਾਂ ਏਅਰ ਪੋਲਿਊਸ਼ਨ। ਠੀਕ ਹੈ। ਏਅਰ ਪੋਲਿਊਸ਼ਨ ਕਾਹਦੇ ਕਰਕੇ ਹੁੰਦਾ? ਸਲਫਰ ਡਾਈਆਕਸਾਈਡ ਕਰਕੇ। ਇਹ ਸਲਫਰ ਡਾਈਆਕਸਾਈਡ ਗੈਸ ਜਦੋਂ ਏਅਰ 'ਚ ਮਿਕਸ ਕਰਦੀ ਹੈ ਉਦੋਂ ਏਅਰ ਪੋਲਿਊਸ਼ਨ ਬਣਾ ਦਿੰਦੀ ਹੈ। ਕਾਰਬਨ ਮੋਨੋਆਕਸਾਈਡ ਬਹੁਤ ਹੀ ਜ਼ਿਆਦਾ ਜ਼ਹਿਰੀਲੀ, ਟੌਕਸਿਕ, ਪੋਇਜ਼ਨਸ ਗੈਸ ਹੈ ਜਿਹੜੀ ਜਦੋਂ ਏਅਰ ਵਿੱਚ ਜਾਂਦੀ ਹੈ ਏਅਰ ਨੂੰ ਜ਼ਹਿਰੀਲਾ, ਏਅਰ ਪੋਲਿਊਸ਼ਨ ਬਣਾ ਦਿੰਦੀ ਹੈ। ਠੀਕ ਹੈ। ਆਕਸਾਈਡਸ ਆਫ ਨਾਈਟ੍ਰੋਜਨ ਜਾਂ ਸਸਪੈਂਡਡ ਪਾਰਟੀਕਲ ਜਿਵੇਂ ਸਮੋਕ, ਡਸਟ, ਵਾਟਰ ਵੇਪਰ, ਇਹ ਸਾਰਾ ਕੁਝ ਜਦੋਂ ਮਿਕਸ ਹੁੰਦਾ ਏਅਰ ਦੇ ਵਿੱਚ ਤਾਂ ਉਹ ਕੀ ਬਣਾ ਲੈਂਦਾ? ਏਅਰ ਪੋਲਿਊਸ਼ਨ। ਤਾਂ ਤੁਹਾਨੂੰ ਪਤਾ ਹੀ ਹੈ ਏਅਰ ਪੋਲਿਊਸ਼ਨ ਨਾਲ ਆਪਾਂ ਨੂੰ ਸਾਹ ਹੋਣਾ ਔਖਾ ਹੋ ਜਾਂਦਾ, ਪਲਾਂਟਸ ਐਨੀਮਲਸ ਖਰਾਬ ਹੋ ਰਹੇ ਹੈ, ਪੂਰੀ ਏਅਰ ਹੀ ਕੀ ਹੈ ਖਰਾਬ ਹੋ ਰਹੀ ਹੈ। ਠੀਕ ਹੈ। ਨੈਕਸਟ ਆ ਗਿਆ ਸੋਰਸਿਸ ਆਫ ਏਅਰ ਪੋਲਿਊਟੈਂਟ। ਕਿਹੜੇ ਕਿਹੜੇ ਸੋਰਸਿਸ ਹੈ ਜਿਹਦੇ ਕਰਕੇ ਏਅਰ ਖਰਾਬ ਹੋ ਰਹੀ ਹੈ? ਕਾਰਬਨ ਮੋਨੋਆਕਸਾਈਡ ਹੈ। ਕਿਵੇਂ ਆਉਂਦੀ, ਕੀ ਹੁੰਦਾ ਇਹਦੇ ਨਾਲ? ਜੇ ਕਾਰਬਨ ਮੋਨੋਆਕਸਾਈਡ ਵੱਧ ਜੇ, ਡਿਜ਼ੀਨੈਸ ਮਤਲਬ ਚੱਕਰ ਆਉਣੇ ਸ਼ੁਰੂ ਹੋ ਜਾਂਦੇ ਆ, ਹੈਡੇਕ ਹੋਣਾ ਸ਼ੁਰੂ ਹੋ ਜਾਂਦਾ, ਸਾਹ ਨਹੀਂ ਆਉਂਦਾ, ਰੈਸਪੀਰੇਟਰੀ ਪ੍ਰੋਬਲਮਸ ਹੋ ਜਾਂਦੀਆਂ। ਸਲਫਰ ਡਾਈਆਕਸਾਈਡ ਨਾਲ ਕੀ ਹੁੰਦਾ? ਲੰਗਸ ਵਿੱਚ ਆਪਾਂ ਨੂੰ ਇਫੈਕਟ ਕਰਦਾ ਇਹ। ਆਈਜ਼ ਨੂੰ ਇਰੀਟੇਸ਼ਨ, ਕਈ ਵਾਰ ਹੁੰਦਾ ਨਾ ਧੂੰਆਂ ਇੰਨਾ ਹੁੰਦਾ ਕਿ ਆਪਣੀਆਂ ਅੱਖਾਂ ਮੱਚਣ ਲੱਗ ਜਾਂਦੀਆਂ, ਤਾਂ ਉਹ ਸਲਫਰ ਡਾਈਆਕਸਾਈਡ ਕਰਕੇ ਹੁੰਦਾ। ਥਰੋਟ ਪੇਨ ਕਈ ਵਾਰੀ ਕਾਫੀ ਹੋਣ ਲੱਗ ਜਾਂਦਾ, ਗਲਾ ਦਰਦ ਹੁੰਦਾ, ਉਹ ਵੀ ਸਲਫਰ ਡਾਈਆਕਸਾਈਡ ਕਰਕੇ ਜ਼ਿਆਦਾ ਜਦੋਂ ਆਪਣੀ ਪ੍ਰੈਜੈਂਟ ਹੋ ਜਾਂਦਾ ਉਦੋਂ ਹੁੰਦਾ। ਆਕਸਾਈਡਸ ਆਫ ਨਾਈਟ੍ਰੋਜਨ ਕੀ ਕਰਦੇ ਹੈ? ਬੱਚਿਆਂ ਨੂੰ ਸਾਹ ਨਹੀਂ ਆਉਂਦਾ, ਮਤਲਬ ਰੈਸਪੀਰੇਟਰੀ ਡਿਸਆਰਡਰ ਆ ਜਾਂਦੇ ਆ। ਠੀਕ ਹੈ। ਕੈਂਸਰ ਵੀ ਕਈ ਵਾਰੀ ਹੋ ਜਾਂਦਾ ਜਦੋਂ ਨਾਈਟ੍ਰੋਜਨ ਡਾਈਆਕਸਾਈਡ ਵਗੈਰਾ, ਇਹ ਸਾਰਾ ਕੁਛ ਕੀ ਹੈ ਆਕਸਾਈਡਸ ਆਫ ਨਾਈਟ੍ਰੋਜਨ ਜਦੋਂ ਹਵਾ ਨਾਲ ਮਿਲਦੇ ਆ। ਕਲੋਰੋਫਲੋਰੋਕਾਰਬਨਸ, ਕਲੋਰੋਫਲੋਰੋਕਾਰਬਨਸ ਉਹ ਵਾਲੀਆਂ ਗੈਸਿਸ ਹੈ ਜਿਹੜੀਆਂ ਆਪਣੀ AC ਵਿੱਚੋਂ, ਰੈਫਰੀਜਰੇਟਰਸ ਵਿੱਚੋਂ, ਜਾਂ ਆਪਣੇ ਰੂਮ ਹੀਟਰਸ ਵਿੱਚੋਂ, ਜੋ ਆਪਾਂ ਹੀਟਰਸ ਅੱਜ ਕੱਲ੍ਹ ਯੂਜ਼ ਕਰ ਰਹੇ ਹਾਂ, ਰੂਮ ਹੀਟਰਸ ਵਿੱਚੋਂ ਨਿਕਲਦੀਆਂ ਗੈਸਿਸ, ਉਹ ਗੈਸਿਸ ਨੂੰ ਬੋਲਦੇ ਹਾਂ ਆਪਾਂ ਕਲੋਰੋਫਲੋਰੋਕਾਰਬਨ। ਅਤੇ ਇਹ ਗੈਸਿਸ ਨਾਲ ਸਕਿਨ ਕੈਂਸਰ ਹੋ ਜਾਂਦਾ, ਆਪਣੀਆਂ ਆਈਜ਼ ਦਾ ਕੈਟਰੈਕਟ, ਕੈਟਰੈਕਟ ਮਤਲਬ ਹੁੰਦਾ ਕਿ ਚਿੱਟਾ ਮੋਤੀਆ,
ਮਾਈਟ ਵੀ ਤੁਸੀਂ ਪੜ੍ਹਿਆ ਹੋਊਗਾ ਕਿ ਜਦੋਂ ਆਪਣੀਆਂ ਅੱਖਾਂ ਅੱਗੇ ਇੱਕ ਵਾਈਟ ਬਲਰੀ ਜਿਹਾ ਆਉਣਾ ਸ਼ੁਰੂ ਹੋ ਜਾਂਦਾ, ਆਪਣੇ ਨਹੀਂ ਮਤਲਬ ਥੋੜ੍ਹਾ ਏਜਡ ਪਰਸਨਸ ਦੇ ਹੁੰਦਾ ਇਹ, ਬਟ ਕਈ ਵਾਰ ਛੋਟਿਆਂ ਦੇ ਵੀ ਹੋ ਜਾਂਦਾ ਜਦੋਂ ਬਹੁਤ ਜ਼ਿਆਦਾ ਕਲੋਰੋਫਲੋਰੋਕਾਰਬਨਸ ਦੀ ਮਾਤਰਾ ਵੱਧ ਜੇ ਤਾਂ ਉਹਨੂੰ ਕੈਟਰੈਕਟ ਬੋਲਦੇ ਆ, ਠੀਕ ਹੈ। ਅਤੇ ਜਦੋਂ ਚਿੱਟਾ ਮੋਤੀਆ ਆ ਜੇ ਆਈਜ਼ ਦੇ ਵਿੱਚ, ਜਾਂ ਸਨ ਬਰਨਸ ਹੋਣ ਲੱਗ ਜਾਂਦੇ, ਮਤਲਬ ਕਾਲਾ ਕਾਲਾ ਹੋਣ ਲੱਗ ਜਾਂਦੀ ਆਪਣੀ ਸਕਿਨ, ਉਹ ਕਾਹਦੇ ਕਰਕੇ ਹੁੰਦਾ, ਕਲੋਰੋਫਲੋਰੋਕਾਰਬਨਸ ਕਰਕੇ। ਸਮੋਕ ਕੀ ਹੁੰਦਾ, ਸਮੋਕ ਅਤੇ ਫੌਗ ਦਾ ਮਿਕਸਚਰ, ਜਦੋਂ ਸਮੋਕ ਅਤੇ ਫੌਗ ਦਾ ਮਿਕਸਚਰ ਹੁੰਦਾ ਉਹ ਸਮੋਗ ਬਣਾ ਲੈਂਦਾ। ਸਮੋਗ ਨਾਲ ਕੀ ਹੁੰਦਾ, ਰੈਸਪੀਰੇਟਰੀ ਸਾਹ ਹੋਣਾ ਬੰਦ ਹੋ ਜਾਂਦਾ, ਆਪਣੀ ਅੱਖਾਂ ਨੂੰ ਇਰੀਟੇਸ਼ਨ ਹੋਣੀ ਸ਼ੁਰੂ ਹੋ ਜਾਂਦੀ ਹੈ। ਤਾਂ ਇਹਦੇ ਕਰਕੇ ਕੀ ਬਹੁਤ ਸਾਰੇ ਇਫੈਕਟਸ ਹੈ ਏਅਰ ਪੋਲਿਊਸ਼ਨ ਦੇ, ਠੀਕ ਹੈ। ਕਹਿੰਦੇ ਨੋ ਐਨਰਜੀ ਇਜ਼ ਇਵੋਲਵਡ ਔਰ ਐਬਜ਼ੋਰਬਡ ਵੈਨ ਅ ਸੈਂਪਲ ਆਫ ਏਅਰ ਇਜ਼ obtained ਬਾਈ ਮਿਕਸਿੰਗ ਦ ਕੰਪੋਨੈਂਟਸ ਆਫ ਗੈਸਿਜ਼ ਇਨ ਪ੍ਰੋਪਰ ਪ੍ਰਪੋਰਸ਼ਨ। ਕਹਿੰਦੇ ਜਦੋਂ ਆਪਾਂ ਕੋਈ ਵੀ ਗੈਸਿਜ਼, ਜਿਹੜੇ ਕੋਈ ਵੀ ਕੰਪੋਨੈਂਟਸ ਹੈ, ਜਦੋਂ ਉਹਨੂੰ ਮਿਕਸ ਕਰਦੇ ਹਾਂ, ਮੰਨ ਲਓ ਆਪਾਂ ਆਕਸੀਜਨ ਲਈ ਪ੍ਰੋਪਰ ਪ੍ਰਪੋਰਸ਼ਨ 'ਚ, ਨਾਈਟ੍ਰੋਜਨ ਲਈ, ਤਾਂ ਇਹਨਾਂ ਨੂੰ ਮਿਕਸ ਕਰਨ 'ਤੇ ਕੀ ਹੈ, ਕੋਈ ਵੀ ਨਾ ਤਾਂ ਐਨਰਜੀ ਬਾਹਰ ਨਿਕਲਦੀ ਹੈ, ਨਾ ਹੀ ਆਪਾਂ ਨੂੰ ਐਨਰਜੀ ਦੇਣੀ ਪੈਂਦੀ ਹੈ, ਠੀਕ ਹੈ। ਤਾਂ ਇਹ ਬਸ ਸਿੰਪਲੀ ਇੱਕ ਮਿਕਸਚਰ ਹੈ ਅਤੇ ਈਜ਼ੀਲੀ ਮਿਕਸ ਹੋ ਕੇ ਏਅਰ ਦੀ ਫੋਰਮ ਹੋ ਜਾਂਦੀ ਹੈ, ਠੀਕ ਹੈ। ਕੋਈ ਸਪੈਸੀਫਿਕ ਫਾਰਮੂਲਾ ਹੈ ਨਹੀਂ ਜਿਹੜਾ ਆਪਾਂ ਏਅਰ ਨੂੰ ਦੇ ਸਕੀਏ, ਏਅਰ ਦਾ ਕੋਈ ਸਪੈਸੀਫਿਕ ਫਾਰਮੂਲਾ ਨਹੀਂ, ਕਿਉਂਕਿ ਏਅਰ ਵਿੱਚ ਬਹੁਤ ਸਾਰੇ ਗੈਸਿਜ਼ ਪ੍ਰੈਜ਼ੈਂਟ ਹੈ, ਕੋਈ ਇੱਕ ਪਰਟੀਕੂਲਰ ਆਪਾਂ ਇਹਨੂੰ ਫਾਰਮੂਲਾ ਨਹੀਂ ਦੇ ਸਕਦੇ। ਨੈਕਸਟ ਆ ਗਿਆ ਆਪਣੇ ਕੋਲ ਆਕਸੀਜਨ, ਜਿਹੜੀ ਮੇਨ ਗੈਸ ਪ੍ਰੈਜ਼ੈਂਟ ਹੈ। ਪਹਿਲੀ ਮੇਨ ਗੈਸ ਹੈ ਨਾਈਟ੍ਰੋਜਨ, ਦੂਜੀ ਮੇਨ ਗੈਸ ਹੈ ਆਕਸੀਜਨ। ਨਾਈਟ੍ਰੋਜਨ ਬਾਰੇ ਵੀ ਪੜ੍ਹਾਂਗੇ, ਪਹਿਲਾਂ ਪੜ੍ਹ ਰਹੇ ਹਾਂ ਆਪਾਂ ਆਕਸੀਜਨ, ਜੋ ਆਪਾਂ ਨੂੰ ਮੇਨਲੀ ਚਾਹੀਦੀ ਹੁੰਦੀ ਹੈ। ਤਾਂ ਆਕਸੀਜਨ ਇੱਕ ਇੰਪੋਰਟੈਂਟ ਗੈਸ ਹੈ ਜਿਹੜੀ ਬਹੁਤ ਸਾਰੇ ਕ੍ਰੀਏਚਰਸ ਔਨ ਦਾ ਅਰਥ, ਜਿਵੇਂ ਕਿ ਐਨੀਮਲਸ ਹੋ ਗਏ, ਠੀਕ ਹੈ, ਪਲਾਂਟਸ ਹੋ ਗਏ, ਜਾਂ ਜੋ ਵੀ ਆਪਣੀਆਂ ਡੇਲੀ ਲਾਈਫ ਐਕਟੀਵਿਟੀਜ਼ ਹੈ, ਇਹ ਸਾਰੀ ਚੀਜ਼ਾਂ ਨੂੰ ਸਪੋਰਟ ਕਰਦੀ ਹੈ, ਹੈਲਪਫੁਲ ਹੁੰਦੀ ਹੈ, ਠੀਕ ਹੈ। ਜਾਂ ਆਪਣੀ ਬਰਨਿੰਗ, ਜੋ ਆਪਾਂ ਕੋਈ ਚੀਜ਼ ਜਲਾਉਣੀ ਹੈ, ਕੋਈ ਅੱਗ ਲਾਉਣੀ, ਮੰਨ ਲਓ ਪੇਪਰ ਨੂੰ ਲਾਉਣੀ ਹੈ, ਲੱਕੜਾਂ ਨੂੰ ਲਾਉਣੀ ਹੈ, ਉਹਦੇ ਲਈ ਵੀ ਕੀ ਚਾਹੀਦੀ ਹੁੰਦੀ ਹੈ, ਆਕਸੀਜਨ। ਤਾਂ ਜੋ ਵੀ ਆਪਣੇ ਡੇਲੀ ਟੂ ਡੇਲੀ ਲਾਈਫ ਵਰਕ ਹੁੰਦੇ ਆ, ਉਹ ਸਾਰਾ ਕੁਛ ਕਿਤੇ ਡਿਪੈਂਡ ਹੈ, ਆਕਸੀਜਨ 'ਤੇ, ਠੀਕ ਹੈ। ਅਤੇ ਏਅਰ ਵਿੱਚ ਅਬਾਊਟ ਕੀ ਹੈ, 21% ਏਅਰ ਦੇ ਵਿੱਚ ਕੀ ਪ੍ਰੈਜ਼ੈਂਟ ਹੁੰਦੀ ਹੈ, ਦੇਖੋ ਇੱਥੇ ਡਾਇਗਰਾਮ 'ਚ ਗ੍ਰੀਨ ਕਲਰ ਸ਼ੋ ਕੀਤੀ ਹੈ, ਏਅਰ। ਤਾਂ ਏਅਰ ਨੂੰ ਆਪਾਂ ਐਕਟਿਵ ਪਾਰਟ ਆਫ ਦਾ ਏਅਰ ਵੀ ਕਹਿ ਸਕਦੇ ਹਾਂ। ਐਕਟਿਵ ਪਾਰਟ ਉਹ ਵਾਲਾ ਪਾਰਟ ਹੁੰਦਾ ਹੈ ਜਿਹੜਾ ਐਕਚੁਅਲੀ ਆਪਣੇ ਲਈ ਹੈਲਪਫੁਲ ਹੁੰਦਾ ਅਤੇ ਕਾਫੀ ਸਾਰੀਆਂ ਆਪਣੀਆਂ ਪ੍ਰੋਬਲਮਸ ਕਹਿ ਲਓ ਸੋਲਵ ਕਰ ਲੈਂਦਾ। ਸਹੀ ਹੈ ਨਾ, ਪ੍ਰੋਬਲਮ ਹੀ ਸੋਲਵ ਕਰਦਾ, ਕਿਉਂਕਿ ਆਪਾਂ ਨੂੰ ਸਾਹ ਵਧੀਆ ਆ ਜਾਂਦਾ, ਪਲਾਂਟਸ ਵਧੀਆ ਗਰੋ ਕਰ ਜਾਂਦੇ ਆ, ਤਾਂ ਇਸ ਕਰਕੇ ਐਕਟਿਵ ਪਾਰਟ ਪਲੇ ਕਰਦਾ ਮਤਲਬ ਏਅਰ ਦੇ ਵਿੱਚ, ਠੀਕ ਹੈ। ਨੈਕਸਟ ਆ ਗਿਆ ਆਪਣੇ ਕੋਲ ਅਕਰੈਂਸ। ਹੁਣ ਆਕਸੀਜਨ ਕਿਵੇਂ ਅਕਰ ਕਰਦੀ ਹੈ। ਏਅਰ ਹੈ ਜਿਹੜੀ ਫਰੀ ਅਤੇ ਕੰਬਾਈਨਡ ਸਟੇਟ ਦੋਨਾਂ ਚੱਕਰ ਕਰਦੀ ਹੈ। ਫਰੀ ਸਟੇਟ ਦਾ ਮਤਲਬ ਕੀ ਹੈ ਕਿ ਇਕੱਲੀ ਆਕਸੀਜਨ ਵੀ ਫਾਈਂਡ ਆਊਟ ਹੋ ਜਾਂਦੀ ਹੈ ਏਅਰ ਵਿੱਚ, ਇਕੱਲੀ ਆਕਸੀਜਨ ਵੀ ਹੁੰਦੀ ਹੈ। ਕੰਬਾਈਨਡ ਮਤਲਬ ਕਿਸੇ ਹੋਰ ਐਲੀਮੈਂਟਸ ਨਾਲ ਵੀ ਕੰਬਾਈਨ ਹੋ ਜਾਂਦੀ ਹੈ। ਮੰਨ ਲਓ ਮੈਂ ਹਾਈਡਰੋਜਨ ਨੂੰ ਆਕਸੀਜਨ ਨਾਲ ਕੰਬਾਈਨ ਕੀਤਾ ਅਤੇ ਪਾਣੀ ਬਣਾ ਤਾ, ਤਾਂ ਇਹ ਕੰਬਾਈਨਡ ਹੈ ਨਾ ਹੁਣ ਹਾਈਡਰੋਜਨ ਨਾਲ, ਤਾਂ ਇਹ ਹੁੰਦੀ ਹੈ ਕੰਬਾਈਨਡ ਸਟੇਟ, ਠੀਕ ਹੈ। ਫਰੀ ਸਟੇਟ ਨੂੰ ਆਪਾਂ ਨੇਟਿਵ ਸਟੇਟ ਵੀ ਕਹਿ ਦਿੰਦੇ ਹਾਂ, ਨੇਟਿਵ ਸਟੇਟ। ਤਾਂ ਆਕਸੀਜਨ ਜਿਹੜੀ ਫਰੀ ਅਤੇ ਕੰਬਾਈਨਡ ਸਟੇਟ ਦੋਨਾਂ ਵਿੱਚ ਫਾਈਂਡ ਆਊਟ ਹੋ ਜਾਂਦੀ ਹੈ। ਫਰੀ ਸਟੇਟ ਵਿੱਚ ਤਾਂ ਆਕਸੀਜਨ ਜਿਹੜੀ 21% ਵਿੱਚ ਪ੍ਰੈਜ਼ੈਂਟ ਹੈ, ਜਿਹੜੀ 21% ਆਕਸੀਜਨ ਪ੍ਰੈਜ਼ੈਂਟ ਹੈ ਨਾ ਆਪਣੇ ਏਅਰ ਵਿੱਚ, ਉਹ ਫਰੀ ਵਿੱਚ ਹੀ ਪ੍ਰੈਜ਼ੈਂਟ ਹੈ, ਠੀਕ ਹੈ। ਬਾਕੀ ਕੰਬਾਈਨਡ ਸਟੇਟ ਵਿੱਚ, ਜਿਵੇਂ ਅਰਥ ਕਰਚ ਵਿੱਚ 46% ਜਿਹੜਾ ਆਕਸੀਜਨ ਹੈ ਉਹ ਕੰਬਾਈਨਡ ਸਟੇਟ ਵਿੱਚ ਹੈ। ਫਰੀ ਸਟੇਟ ਵਿੱਚ ਕਿੰਨਾ ਹੈ, 21%, ਅਤੇ 46% ਹੈ ਜਿਹੜਾ ਉਹ ਕੰਬਾਈਨਡ ਸਟੇਟ ਵਿੱਚ ਪ੍ਰੈਜ਼ੈਂਟ ਹੈ। ਜਿਵੇਂ ਵਾਟਰ 'ਚ ਆਕਸੀਜਨ ਹੁੰਦੀ ਹੈ, ਸਿਲੀਕੇਟਸ 'ਚ ਆਕਸੀਜਨ ਹੁੰਦੀ ਹੈ, ਸਾਲਟ ਵਿੱਚ, ਹੋਰ ਮੈਟੈਲਿਕ ਜਾਂ ਨਾਨ ਮੈਟੈਲਿਕ ਆਕਸਾਈਡਸ ਵਿੱਚ ਆਕਸੀਜਨ ਪ੍ਰੈਜ਼ੈਂਟ ਹੁੰਦੀ ਹੈ। ਤੁਸੀਂ ਐਗਜ਼ਾਮਪਲਸ ਯਾਦ ਰੱਖਣੀ ਹੈ, ਠੀਕ ਹੈ। ਨੈਕਸਟ ਆ ਗਿਆ ਸਮ ਗੈਸਿਜ਼ ਆਫ ਦਾ ਐਟਮੋਸਫੀਅਰ ਆਰ ਪਾਰਟੀਕੂਲਰਲੀ ਇੰਪੋਰਟੈਂਟ। ਕਈ ਗੈਸਿਜ਼ ਹੁੰਦੀਆਂ ਐਟਮੋਸਫੀਅਰ ਦੀਆਂ ਜਿਹੜੀਆਂ ਪਾਰਟੀਕੂਲਰਲੀ ਇੰਪੋਰਟੈਂਟ ਹੁੰਦੀਆਂ, ਜਿਵੇਂ ਕਿ ਪਹਿਲੇ ਤਾਂ ਆਕਸੀਜਨ ਹੀ ਹੋ ਗਈ। ਜਦੋਂ ਆਪਾਂ ਬਰੀਦ ਕਰਦੇ ਹਾਂ, ਆਪਾਂ ਕੀ ਹੈ, ਆਕਸੀਜਨ ਅੰਦਰ ਲੈ ਕੇ ਜਾਂਦੇ ਹਾਂ ਏਅਰ ਵਿੱਚੋਂ, ਅਤੇ ਕਾਰਬਨ ਡਾਈਆਕਸਾਈਡ ਏਅਰ ਵਿੱਚ ਬਾਹਰ ਛੱਡਦੇ ਹਾਂ, ਠੀਕ ਹੈ। ਅਤੇ ਪਹਿਲੀ ਤਾਂ ਆਕਸੀਜਨ ਇੰਪੋਰਟੈਂਟ ਹੋ ਗਈ। ਦੂਜੀ ਕੀ ਹੈ, ਕਾਰਬਨ ਡਾਈਆਕਸਾਈਡ ਵੀ ਇੰਪੋਰਟੈਂਟ ਹੈ, ਕਿਉਂਕਿ ਚਲੋ ਆਪਾਂ ਤਾਂ ਕਾਰਬਨ ਡਾਈਆਕਸਾਈਡ ਬਾਹਰ ਰਿਲੀਜ਼ ਕਰਦੇ ਹਾਂ, ਬਟ ਗ੍ਰੀਨ ਪਲਾਂਟਸ ਤਾਂ ਕਾਰਬਨ ਡਾਈਆਕਸਾਈਡ ਅੰਦਰ ਲੈ ਕੇ ਜਾਂਦੇ ਆ ਨਾ। ਤਾਂ ਗ੍ਰੀਨ ਪਲਾਂਟਸ ਨੂੰ ਕਾਰਬਨ ਡਾਈਆਕਸਾਈਡ ਇੰਪੋਰਟੈਂਟ ਹੈ, ਉਹ ਕੀ ਕਰਦੇ ਹੈ, ਕਾਰਬਨ ਡਾਈਆਕਸਾਈਡ ਅੰਦਰ ਲੈ ਕੇ ਜਾਂਦੇ ਹੈ ਅਤੇ ਆਕਸੀਜਨ ਨੂੰ ਬਾਹਰ ਮਤਲਬ ਦੇ ਦਿੰਦੇ ਆ। ਤਾਂ ਉਹ ਪ੍ਰੋਸੈਸ ਨੂੰ ਆਪਾਂ ਕੀ ਬੋਲਦੇ ਹਾਂ, ਫੋਟੋਸਿੰਥੇਸਿਸ, ਠੀਕ ਹੈ, ਜਦੋਂ ਗ੍ਰੀਨ ਪਲਾਂਟਸ ਆਪਦਾ ਫੂਡ ਆਪ ਪ੍ਰੀਪੇਅਰ ਕਰਦੇ ਆ। ਜਿਹੜੀ ਆਕਸੀਜਨ ਹੈ, ਆਕਸੀਜਨ ਆਪਾਂ ਨੂੰ ਪਤਾ ਹੀ ਹੈ ਕਿ ਬਹੁਤ ਇੰਪੋਰਟੈਂਟ ਰੋਲ ਪਲੇ ਕਰਦੀ ਹੈ ਆਪਣੀ ਪੂਰੀ ਲਾਈਫ ਪ੍ਰੋਸੈਸਿਸ ਵਿੱਚ, ਪਲੱਸ ਇਹ ਕੀ ਹੈ, ਕੁਛ ਕੈਮੀਕਲ ਪ੍ਰੋਸੈਸਿਸ ਵਿੱਚ ਵੀ ਰੋਲ ਪਲੇ ਕਰਦੀ ਹੈ। ਕੈਮੀਕਲ ਪ੍ਰੋਸੈਸਿਸ ਕੀ, ਰਸਟਿੰਗ ਆਫ ਆਇਰਨ। ਆਪਾਂ ਪੜ੍ਹਿਆ ਕਿ ਆਕਸੀਜਨ ਆਪਣੇ ਲਈ ਬਹੁਤ ਜ਼ਰੂਰੀ ਹੈ, ਬਟ ਕਈ ਕੇਸਿਸ ਦੇ ਵਿੱਚ ਇਹ ਆਕਸੀਜਨ ਮਾੜੀ ਵੀ ਹੋ ਜਾਂਦੀ ਹੈ। ਹੁਣ ਕਿਵੇਂ ਹੁੰਦੀ ਹੈ ਦੇਖੋ,
ਮੰਨ ਲਓ ਆਪਣੇ ਕੋਲੇ ਆਇਰਨ ਦਾ ਗੇਟ ਹੈ, ਇਹ ਆਪਣੇ ਘਰੇ ਆਇਰਨ ਦਾ ਗੇਟ ਹੈ। ਜਦੋਂ ਆਇਰਨ ਗੇਟ ਆਕਸੀਜਨ ਦੇ ਕੰਟੈਕਟ ਵਿੱਚ ਆਉਂਦਾ ਨਾ, ਜਦੋਂ ਆਇਰਨ ਆਕਸੀਜਨ ਦੇ ਕੰਟੈਕਟ ਵਿੱਚ ਆਉਂਦਾ ਹੈ ਤਾਂ ਉਹ ਆਇਰਨ ਆਕਸਾਈਡ ਬਣਾ ਲੈਂਦਾ ਹੈ। ਠੀਕ ਹੈ, ਆਇਰਨ ਆਕਸਾਈਡ ਦਾ ਮਤਲਬ ਕੀ ਹੈ? ਰਸਟ। ਰਸਟ ਮਤਲਬ ਕੀ ਹੈ? ਜੰਗਾਲ। ਜਦੋਂ ਗੇਟ ਨੂੰ ਜੰਗਾਲ ਲੱਗ ਜੇ, ਆਇਰਨ ਨੂੰ, ਲੋਹੇ ਨੂੰ ਜੰਗਾਲ ਲੱਗ ਜੇ ਤਾਂ ਆਇਰਨ ਆਪਦੀਆਂ ਸਾਰੀਆਂ ਪ੍ਰੋਪਰਟੀਜ਼ ਖਰਾਬ ਕਰਕੇ ਮਤਲਬ ਕਿ ਟੁੱਟਣਾ ਸ਼ੁਰੂ ਹੋ ਜਾਂਦਾ। ਠੀਕ ਹੈ, ਤਾਂ ਇਹ ਕੀ ਇੱਕ ਮਾੜੀ ਚੀਜ਼ ਹੀ ਹੋ ਗਈ ਵੀ ਹੁਣ ਆਕਸੀਜਨ ਕਰਕੇ ਆਇਰਨ ਆਪਣੀ ਖਰਾਬ ਹੋ ਰਹੀ ਹੈ। ਤਾਂ ਕੁਛ ਕੁ ਕੈਮੀਕਲ ਪ੍ਰੋਸੈਸਿਸ ਦੇ ਵਿੱਚ ਵੀ ਆਇਰਨ ਆਕਸੀਜਨ ਟੇਕ ਪਾਰਟ ਕਰਦਾ। ਹੋਰ ਕੀ ਹੈ? ਆਕਸੀਜਨ ਨੂੰ, ਜੋ ਮੰਨ ਲਓ ਫਿਊਲਸ ਵਗੈਰਾ ਹੈ, ਹੁਣ ਫਿਊਲ ਕਿਵੇਂ ਬਰਨ ਹੁੰਦੇ ਆ? LPG ਹੈ ਮੰਨ ਲਓ, ਜਾਂ ਕੋਈ ਵੀ CNG ਵਗੈਰਾ ਹੈ। ਠੀਕ ਹੈ, ਇਹ ਸਾਰੇ ਫਿਊਲ ਵੀ ਕਿਹਦੀ ਪ੍ਰੈਜ਼ੈਂਸ 'ਚ ਬਰਨ ਹੁੰਦੇ ਆ? ਆਕਸੀਜਨ ਦੀ। ਤਾਂ ਆਕਸੀਜਨ ਆਪਣੇ ਲਈ ਜ਼ਰੂਰੀ ਹੈ। ਠੀਕ ਹੈ, ਵਾਟਰ ਵੇਪਰ ਜਾਂ ਕਾਰਬਨ ਡਾਈਆਕਸਾਈਡ ਹੈ ਜਿਹੜੀ, ਉਹ ਕੀ ਕਰਦੀ ਹੈ? ਆਪਣੇ ਅਰਥ ਨੂੰ ਹੌਲੀ ਹੌਲੀ ਗਰਮ ਕਰ ਰਹੀ ਹੈ। ਜਿਹੜੇ ਵੀ ਆਪਣੇ ਵਹੀਕਲਸ ਦੇ ਵਿੱਚੋਂ ਪੋਲਿਊਸ਼ਨ ਆ ਰਿਹਾ, ਉਹ ਪੋਲਿਊਸ਼ਨ ਨਾਲ ਕੀ ਹੈ? ਕਾਰਬਨ ਡਾਈਆਕਸਾਈਡ, ਵਾਟਰ ਵੇਪਰਸ, ਇਹ ਸਾਰਾ ਕੁਛ ਮਤਲਬ ਏਅਰ ਪੋਲਿਊਸ਼ਨ ਹੋ ਰਿਹਾ। ਏਅਰ ਪੋਲਿਊਸ਼ਨ ਕਰਕੇ ਆਪਣੀ ਧਰਤੀ ਹੌਲੀ ਹੌਲੀ ਗਰਮ ਹੋ ਰਹੀ ਹੈ। ਅਤੇ ਉਹ ਹੌਲੀ ਹੌਲੀ ਕੀ ਹੈ? ਇਹ ਆਪਣੀ ਧਰਤੀ ਨੂੰ ਕੀ ਹੈ? ਵਾਰਮ ਰੱਖਦਾ, ਗਰਮ ਰੱਖਦਾ, ਅਤੇ ਇਹਦੇ ਕਰਕੇ ਜੋ ਗ੍ਰੀਨ ਹਾਊਸ ਇਫੈਕਟ ਵਗੈਰਾ ਉਹ ਵੀ ਪ੍ਰੀਵੈਂਟ ਰਹਿੰਦਾ। ਠੀਕ ਹੈ, ਜਿਹੜੀ ਨਾਈਟ੍ਰੋਜਨ ਹੈ, ਨੈਕਸਟ ਗੈਸ ਆਪਣੇ ਕੋਲ ਨਾਈਟ੍ਰੋਜਨ। ਉਹ ਕੀ ਹੈ? ਮੇਨ ਕੌਨਸਟੀਟੂਐਂਟ ਹੈ, ਕਿਉਂਕਿ ਆਪਣਾ 78% ਏਅਰ ਵਿੱਚ ਕੀ ਪ੍ਰੈਜ਼ੈਂਟ ਹੈ? ਨਾਈਟ੍ਰੋਜਨ। ਤਾਂ ਮੇਨ ਕੌਨਸਟੀਟੂਐਂਟ ਏਅਰ ਦਾ ਕੀ ਹੈ? ਨਾਈਟ੍ਰੋਜਨ। ਇਹ ਨਾਈਟ੍ਰੋਜਨ ਕਾਹਦੇ ਲਈ ਯੂਜ਼ਫੁਲ ਹੁੰਦੀ ਹੈ? ਨਾਰਮਲ ਗਰੋਥ ਅਤੇ ਡਿਵੈਲਪਮੈਂਟ ਆਫ ਪਲਾਂਟ। ਜਿਵੇਂ ਹਿਊਮਨ ਬੀਇੰਗ ਲਈ ਆਕਸੀਜਨ ਚਾਹੀਦੀ ਸੀ, ਉਵੇਂ ਮਤਲਬ ਪਲਾਂਟ ਨੂੰ ਕੀ ਹੈ? ਇੱਕ ਨਾਈਟ੍ਰੋਜਨ ਚਾਹੀਦਾ। ਜਿਹੜਾ ਲਾਰਜ ਪ੍ਰਪੋਰਸ਼ਨ ਹੈ ਨਾਈਟ੍ਰੋਜਨ ਦਾ, ਉਹ ਕੀ ਹੈ? The large proportion of the nitrogen in the atmosphere dilutes the effect of oxygen would otherwise be too concentrated for respiration। ਕਹਿੰਦੇ ਜਿਹੜਾ ਆਕਸੀਜਨ ਹੁੰਦਾ ਹੈ, ਉਹ ਆਕਸੀਜਨ ਕੀ ਹੈ? ਜਦੋਂ ਨਾਈਟ੍ਰੋਜਨ ਅਤੇ ਆਕਸੀਜਨ ਕੰਬਾਈਨ ਕਰ ਜਾਂਦੇ ਆ ਥੋੜ੍ਹਾ ਜਿਹਾ, ਤਾਂ ਆਕਸੀਜਨ ਨੂੰ ਥੋੜ੍ਹਾ ਡਿਲਿਊਟ ਕਰ ਦਿੰਦਾ। ਡਿਲਿਊਟ ਮਤਲਬ ਕਿ ਥੋੜ੍ਹਾ ਜਿਹਾ ਸਹੀ ਇਫੈਕਟ ਕਰ ਦਿੰਦਾ, ਤਾਂ ਜੋ ਕਿ ਆਪਾਂ ਈਜ਼ੀਲੀ ਮਤਲਬ ਸਾਹ ਲੈ ਸਕੀਏ। ਕਿਉਂਕਿ ਜੇ ਆਪਾਂ ਐਸ ਸੱਚ ਪਿਓਰ ਆਕਸੀਜਨ ਅੰਦਰ ਲੈ ਕੇ ਗਏ ਨਾ, ਤਾਂ ਡਿਫੀਕਲਟ ਹੁੰਦਾ ਸਾਹ ਲੈਣਾ ਉਹਦੇ ਲਈ। ਤਾਂ ਇਹ ਕੀ ਕਰਦਾ? ਨਾਈਟ੍ਰੋਜਨ ਕੀ ਕਰਦਾ? ਐਟਮੋਸਫੀਅਰ ਦੇ ਵਿੱਚ ਆਕਸੀਜਨ ਨੂੰ ਥੋੜ੍ਹਾ ਡਿਲਿਊਟ ਕਰ ਦਿੰਦਾ, ਮਤਲਬ ਆਕਸੀਜਨ ਨੂੰ ਥੋੜ੍ਹਾ ਜਿਹਾ ਘੱਟ ਮਤਲਬ ਬਣਾ ਦਿੰਦਾ, ਬਾਹਲਾ ਇਫੈਕਟਿਵ ਨਹੀਂ ਹੁੰਦਾ, ਤਾਂ ਜੋ ਕਿ ਆਪਾਂ ਮਤਲਬ ਲਿਵਿੰਗ ਬੀਇੰਗਸ ਕੇ ਈਜ਼ੀਲੀ ਰੈਸਪੀਰੇਸ਼ਨ ਕਰ ਸਕੀਏ। ਠੀਕ ਹੈ, ਤਾਂ ਇਹ ਮਤਲਬ ਜ਼ਰੂਰੀ ਹੁੰਦਾ ਇਸ ਚੀਜ਼